Hello everyone, today we are going to start our next chapter of environment science biodiversity ਜੈਵਿਕ ਵਿਭਿੰਨਤਾ। ਸੋ ਸਾਡਾ ਪਹਿਲਾ ਕੁਐਸਚਨ ਹੈ ਵਾਤਾਵਰਣ ਸੁਰੱਖਿਆ ਦੇ ਉਦੇਸ਼ ਨਾਲ ਮਨੁੱਖਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਦੇ ਆਧਾਰ ਤੇ ਜਾਗਰੂਕਤਾ ਫੈਲਾਉਣ ਦੇ ਵਿਗਿਆਨ ਨੂੰ ਕੀ ਕਿਹਾ ਜਾਂਦਾ ਹੈ। ਸੋ ਨੈਤਿਕ ਕਦਰਾਂ ਕੀਮਤਾਂ ਦਾ ਮਤਲਬ ਹੈ ਜੋ ਐਥੀਕਲ ਮੋਰਲ ਵੈਲਿਊਜ਼ ਨੇ ਸਾਡੀਆਂ। ਸੋ ਇਸ ਨੂੰ ਅਸੀਂ ਵਾਤਾਵਰਣ ਨੈਤਿਕਤਾ ਬੋਲਦੇ ਹਾਂ। ਸਾਡਾ ਅਗਲਾ ਪ੍ਰਸ਼ਨ ਹੈ ਭਾਰਤੀ ਜੈਵਿਕ ਵਿਭਿੰਨਤਾ ਅਧਿਨਿਯਮ ਕਦੋਂ ਲਾਗੂ ਕੀਤਾ ਗਿਆ ਸੀ। ਸੋ ਇਹ ਅਧਿਨਿਯਮ 2002 ਵਿੱਚ ਲਾਗੂ ਕੀਤਾ ਗਿਆ ਸੀ। ਸਾਡਾ ਅਗਲਾ ਪ੍ਰਸ਼ਨ ਹੈ ਜੰਗਲਾਤ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਨੁਸਾਰ ਭਾਰਤ ਵਿੱਚ ਜੀਵ ਮੰਡਲ ਰਿਜ਼ਰਵਾਂ ਦੀ ਸੰਖਿਆ ਕਿੰਨੀ ਹੈ। ਸੋ ਇਹ ਸੰਖਿਆ ਕੁੱਲ 18 ਹੈ। ਸੋ ਸਾਡਾ ਉੱਤਰ ਹੈ 18। ਅਗਲਾ ਪ੍ਰਸ਼ਨ ਹੈ IUCN ਤੋਂ ਕੀ ਭਾਵ ਹੈ। ਸੋ ਇਸ ਨੂੰ ਅਸੀਂ ਇੰਟਰਨੈਸ਼ਨਲ ਯੂਨੀਅਨ ਆਫ ਕੰਜ਼ਰਵੇਸ਼ਨ ਨੇਚਰ ਬੋਲਦੇ ਹਾਂ। ਸਾਡਾ ਅਗਲਾ ਪ੍ਰਸ਼ਨ ਹੈ ਹੇਠ ਲਿਖਿਆਂ ਦੇਸ਼ਾਂ ਵਿੱਚੋਂ ਕਿਸ ਦੇਸ਼ ਵਿੱਚ ਸਭ ਤੋਂ ਵਧੇਰੇ ਜੈਵਿਕ ਵਿਭਿੰਨਤਾ ਮਤਲਬ ਕਿ ਬਾਇਓਲੋਜੀਕਲ ਡਾਇਵਰਸਿਟੀ ਪਾਈ ਜਾਂਦੀ ਹੈ। ਸੋ ਇਹ ਦੇਸ਼ ਹੈ ਬ੍ਰਾਜ਼ੀਲ। ਸਾਡਾ ਅਗਲਾ ਪ੍ਰਸ਼ਨ ਹੈ ਸਨ 1990 ਵਿੱਚ ਜੈਵਿਕ ਵਿਭਿੰਨਤਾ ਸੰਧੀ ਕਿੱਥੇ ਹੋਈ ਸੀ। ਸੋ ਇਹ ਸੰਧੀ ਰੀਓ ਡੀ ਜਨੀਰੋ ਵਿੱਚ ਹੋਈ ਸੀ ਜੋ ਕਿ ਬ੍ਰਾਜ਼ੀਲ ਵਿੱਚ ਹੈ। ਜੈਵਿਕ ਵਿਭਿੰਨਤਾ ਸੰਧੀ ਕਦੋਂ ਲਾਗੂ ਕੀਤੀ ਗਈ। ਸੋ ਇਹ ਸੰਧੀ 29 ਦਸੰਬਰ 1993 ਨੂੰ ਲਾਗੂ ਕੀਤੀ ਗਈ। ਸੋ ਸਾਡਾ ਉੱਤਰ ਹੈ 29 ਦਸੰਬਰ 1993। ਅਗਲਾ ਪ੍ਰਸ਼ਨ ਹੈ IUCN ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ। ਸੋ ਇਹ ਦਫ਼ਤਰ ਗਲੈਂਡ ਸਵਿਟਜ਼ਰਲੈਂਡ ਵਿੱਚ ਮੌਜੂਦ ਹੈ। ਸੋ ਸਾਡਾ ਉੱਤਰ ਹੈ ਗਲੈਂਡ ਸਵਿਟਜ਼ਰਲੈਂਡ। ਸਾਡਾ ਅਗਲਾ ਪ੍ਰਸ਼ਨ ਹੈ ਭਾਰਤ ਦਾ ਪਹਿਲਾ ਰਾਸ਼ਟਰੀ ਪਾਰਕ ਕਿਹੜਾ ਹੈ। ਸੋ ਭਾਰਤ ਦਾ ਪਹਿਲਾ ਰਾਸ਼ਟਰੀ ਪਾਰਕ ਜਿਮ ਕੋਰਬੇਟ ਪਾਰਕ ਹੈ ਜੋ ਕਿ ਉੱਤਰਾਖੰਡ ਵਿੱਚ ਹੈ। ਭਾਰਤ ਵਿੱਚ ਜੈਵਿਕ ਵਿਭਿੰਨਤਾ ਦੇ ਕਿੰਨੇ ਹੌਟ ਸਪੌਟ ਹਨ। ਅਗਲਾ ਪ੍ਰਸ਼ਨ ਹੈ ਹਰੀਕੇ ਪੱਤਨ ਜੰਗਲੀ ਜੀਵ ਰੱਖ ਕਿਸ ਲਈ ਪ੍ਰਸਿੱਧ ਹੈ। ਸੋ ਜੋ ਹਰੀਕੇ ਪੱਤਨ ਹੈ ਉਹ ਪ੍ਰਵਾਸੀ ਪੰਛੀਆਂ ਲਈ ਪ੍ਰਸਿੱਧ ਹੈ। ਸੋ ਪ੍ਰਵਾਸੀ ਪੰਛੀਆਂ ਦਾ ਮਤਲਬ ਹੈ ਮਾਈਗ੍ਰੇਟਰੀ ਬਰਡਸ। ਸੋ ਜਿਹੜੇ ਪੰਛੀ ਦੂਜਿਆਂ ਦੇਸ਼ਾਂ ਤੋਂ ਉੱਡ ਕੇ ਇੰਡੀਆ ਵਿੱਚ ਆਉਂਦੇ ਨੇ, ਸਾਡੇ ਪੰਜਾਬ ਵਿੱਚ ਆਉਂਦੇ ਨੇ, ਉਹਨਾਂ ਨੂੰ ਅਸੀਂ ਪ੍ਰਵਾਸੀ ਪੰਛੀ ਬੋਲਦੇ ਹਾਂ। ਸਾਡਾ ਅਗਲਾ ਪ੍ਰਸ਼ਨ ਹੈ ਸੰਸਾਰ ਵਿੱਚ ਜੈਵਿਕ ਵਿਭਿੰਨਤਾ ਦੇ ਕੁੱਲ ਕਿੰਨੇ ਹੌਟ ਸਪੌਟ ਹਨ। ਸੋ ਇਹਨਾਂ ਦੀ ਸੰਖਿਆ ਕੁੱਲ 35 ਹੈ। ਅਗਲਾ ਪ੍ਰਸ਼ਨ ਹੈ ਵਿਸ਼ਵ ਭਰ ਵਿੱਚ ਕਿੰਨੇ ਦੇਸ਼ਾਂ ਨੂੰ ਮੈਗਾ ਵਿਭਿੰਨਤਾ ਵਾਲੇ ਦੇਸ਼ ਮੰਨਿਆ ਗਿਆ ਹੈ। ਮੈਗਾ ਵਿਭਿੰਨਤਾ ਮਤਲਬ ਕਿ ਜੋ ਮੈਗਾ ਡਾਇਵਰਸਿਟੀ ਹੈ ਜਿੱਥੇ ਕਿ ਬਹੁਤ ਸਾਰੀਆਂ ਵੱਖਰੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਨੇ। ਸੋ ਇਹ ਕੁੱਲ 17 ਹਨ। ਅਗਲਾ ਪ੍ਰਸ਼ਨ ਹੈ ਭਾਰਤ ਦੀ ਰਾਸ਼ਟਰੀ ਜੈਵਿਕ ਵਿਭਿੰਨਤਾ ਅਥਾਰਟੀ ਦਾ ਹੈੱਡਕੁਆਟਰ ਕਿੱਥੇ ਹੈ। ਸੋ ਇਹ ਹੈੱਡਕੁਆਟਰ ਚੇਨਈ ਵਿਖੇ ਹੈ। ਅਗਲਾ ਪ੍ਰਸ਼ਨ ਹੈ IUCN ਦੁਆਰਾ ਲੁਪਤ ਹੋਣ ਦੇ ਖਤਰੇ ਵਾਲੀਆਂ ਪ੍ਰਜਾਤੀਆਂ ਦੀ ਜਾਰੀ ਕੀਤੀ ਜਾਣ ਵਾਲੀ ਸੂਚੀ ਨੂੰ ਕੀ ਕਿਹਾ ਜਾਂਦਾ ਹੈ। ਸੋ ਇਸ ਨੂੰ ਲਾਲ ਅੰਕੜਾ ਕਿਤਾਬ ਜਾਂ ਫਿਰ ਰੈੱਡ ਡਾਟਾ ਬੁੱਕ ਬੋਲਿਆ ਜਾਂਦਾ ਹੈ। ਵਿਸ਼ਵ ਸੇਮ ਵਾਲੀ ਧਰਤੀ ਦਿਵਸ ਕਦੋਂ ਮਨਾਇਆ ਜਾਂਦਾ ਹੈ। ਸੋ ਵਿਸ਼ਵ ਸੇਮ ਵਾਲੀ ਧਰਤੀ ਮਤਲਬ ਵੈਟਲੈਂਡ ਡੇ। ਸੋ ਇਹ ਡੇ 2 ਫਰਵਰੀ ਨੂੰ ਮਨਾਇਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਰਾਮਸਰ ਕਨਵੈਨਸ਼ਨ ਦੇ ਹੇਠ ਕਿੰਨੀਆਂ ਸੇਮ ਵਾਲੀਆਂ ਧਰਤੀਆਂ ਸ਼ਾਮਿਲ ਹਨ। ਸੋ ਭਾਰਤ ਵਿੱਚ ਕੁੱਲ 26 ਵੈਟਲੈਂਡ ਮੌਜੂਦ ਨੇ। ਅਗਲਾ ਪ੍ਰਸ਼ਨ ਹੈ ਰਾਸ਼ਟਰੀ ਪਾਰਕ ਅਤੇ ਜੰਗਲੀ ਜੀਵ ਰੱਖਾਂ ਕਿਸ ਲਈ ਬਣਾਈਆਂ ਜਾਂਦੀਆਂ ਨੇ। ਸੋ ਇਹ ਜੈਵਿਕ ਵਿਭਿੰਨਤਾ ਦੀ ਸੰਭਾਲ ਲਈ ਬਣਾਈਆਂ ਜਾਂਦੀਆਂ ਨੇ। ਅਗਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੇ ਭਾਰਤ ਵਿੱਚ ਜੈਵਿਕ ਵਿਭਿੰਨਤਾ ਦੇ ਹੌਟਸਪੌਟ ਨੇ। ਸੋ ਇਹ ਹੌਟਸਪੌਟ ਪੂਰਬੀ ਹਿਮਾਲਿਆ ਅਤੇ ਪੱਛਮੀ ਘਾਟ ਅਤੇ ਭਾਰਤ ਬਰਮਾ ਖੇਤਰ ਨੇ। ਅਗਲਾ ਪ੍ਰਸ਼ਨ ਹੈ ਜੈਵਿਕ ਵਿਭਿੰਨਤਾ ਦਾ ਅਧਿਐਨ ਕਿਸ ਪੱਧਰ ਤੇ ਕੀਤਾ ਜਾਂਦਾ ਹੈ। ਸੋ ਪਰਿਆਵਰਣਕ ਪ੍ਰਣਾਲੀ ਦੇ ਪੱਧਰ ਤੇ, ਪ੍ਰਜਾਤੀਆਂ ਦੇ ਪੱਧਰ ਤੇ, ਅਨੁਵੰਸ਼ਿਕ ਪੱਧਰ ਤੇ। ਉਪਰੋਕਤ ਸਾਰੇ ਪੱਧਰਾਂ ਤੇ ਕੀਤਾ ਜਾਂਦਾ ਹੈ। ਪਰਿਆਵਰਣਕ ਪ੍ਰਣਾਲੀ ਮਤਲਬ ਕਿ ਜੋ ਸਾਡਾ ਈਕੋਸਿਸਟਮ ਹੈ ਉਸ ਲੈਵਲ ਤੇ ਵੀ, ਪ੍ਰਜਾਤੀਆਂ ਦੇ ਪੱਧਰ ਤੇ ਮਤਲਬ ਹਰ ਇੱਕ ਸਪੀਸੀਜ਼ ਨੂੰ ਦੇਖਿਆ ਜਾਂਦਾ ਹੈ ਕਿ ਕਿਹੜੀ ਸਪੀਸੀਜ਼ ਜਾਂ ਪ੍ਰਜਾਤੀ ਮੌਜੂਦ ਹੈ। ਅਨੁਵਾਂਸ਼ਿਕ ਪੱਧਰ ਤੇ ਮਤਲਬ ਕਿ ਉਹਨਾਂ ਦੀ ਜੈਨੇਟਿਕ ਲੈਵਲ ਤੇ ਕਿ ਉਹਨਾਂ ਦੇ ਵਿੱਚ ਜੋ ਜੀਨਸ ਨੇ ਉਹ ਕਿਸ ਪ੍ਰਕਾਰ ਦੇ ਨੇ। ਸੋ ਹਰ ਇੱਕ ਪੱਧਰ ਤੇ ਜੈਵਿਕ ਵਿਭਿੰਨਤਾ ਦੀ ਜਾਂਚ ਕੀਤੀ ਜਾਂਦੀ ਹੈ। ਸਾਡਾ ਅਗਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਮੈਗਾ ਵਿਭਿੰਨਤਾ ਵਾਲਾ ਦੇਸ਼ ਨਹੀਂ ਹੈ। ਸੋ ਇਸ ਨੂੰ ਅਸੀਂ ਆਈਸਲੈਂਡ ਬੋਲਦੇ ਹਾਂ। ਅਗਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਜੈਵਿਕ ਵਿਭਿੰਨਤਾ ਦਾ ਪਿਤਾਮਾ ਆਖਿਆ ਜਾਂਦਾ ਹੈ। ਸੋ ਇਸ ਦਾ ਉੱਤਰ ਹੈ EO ਵਿਲਸਨ ਜਾਂ ਫਿਰ ਐਡਵਰਡ O ਵਿਲਸਨ। ਸਾਡਾ ਅਗਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਜੈਵਿਕ ਵਿਭਿੰਨਤਾ ਦੇ ਨੁਕਸਾਨ ਦਾ ਕਾਰਨ ਹੈ। ਸੋ ਪੌਦਿਆਂ ਅਤੇ ਜਾਨਵਰਾਂ ਦੇ ਕੁਦਰਤੀ ਨਿਵਾਸ ਸਥਾਨ ਦਾ ਵਿਨਾਸ਼ ਮਤਲਬ ਕਿ ਉਹਨਾਂ ਦਾ ਹੈਬੀਟੈਟ ਖਤਮ ਕਰ ਦੇਣਾ, ਸ਼ਿਕਾਰ ਕਰਨਾ ਅਤੇ ਜੋ ਵਿਦੇਸ਼ੀ ਪ੍ਰਜਾਤੀਆਂ ਨੇ, ਜੋ ਬਾਹਰ ਦੀਆਂ ਪ੍ਰਜਾਤੀਆਂ ਨੇ, ਉਹਨਾਂ ਦਾ ਆ ਜਾਣਾ। ਸੋ ਇਹ ਸਾਰੇ ਹੀ ਕਾਰਨ ਨੇ ਜਿਹਦੇ ਨਾਲ ਜੈਵਿਕ ਵਿਭਿੰਨਤਾ ਦਾ ਨਾਸ਼ ਹੁੰਦਾ ਹੈ। ਸੋ ਸਾਡਾ ਸਹੀ ਉੱਤਰ ਹੈ ਉਪਰੋਕਤ ਦਿੱਤੇ ਗਏ ਸਾਰੇ। ਸਾਡਾ ਅਗਲਾ ਪ੍ਰਸ਼ਨ ਹੈ ਵੱਡੇ ਜੰਗਲੀ ਜਾਨਵਰਾਂ ਜਿਵੇਂ ਕਿ ਗੈਂਡਾ, ਚੀਤਾ, ਜੰਗਲੀ ਸਾਨ ਆਦਿ ਨੂੰ ਕਿਸ ਤੋਂ ਖਤਰਾ ਹੈ। ਸੋ ਉਹਨਾਂ ਨੂੰ ਪੌਦਿਆਂ ਅਤੇ ਜਾਨਵਰਾਂ ਦੇ ਕੁਦਰਤੀ ਨਿਵਾਸ ਸਥਾਨ ਦੇ ਵਿਨਾਸ਼ ਤੋਂ ਖਤਰਾ ਹੈ। ਮਤਲਬ ਕਿ ਅਗਰ ਉਹਨਾਂ ਦਾ ਹੈਬੀਟੈਟ ਖਰਾਬ ਕੀਤਾ ਜਾਵੇਗਾ, ਉਹਨਾਂ ਦਾ ਜੋ ਨਿਵਾਸ ਸਥਾਨ ਹੈ ਉਹ ਖਰਾਬ ਕੀਤਾ ਜਾਵੇਗਾ ਤੇ ਉਹਨਾਂ ਦੀ ਵੀ ਮੌਤ ਹੋ ਜਾਵੇਗੀ। ਅਗਲਾ ਪ੍ਰਸ਼ਨ ਹੈ ਸਾਡੇ ਕੋਲ ਸੋ ਮੌਰੀਸ਼ੀਅਸ ਦਾ ਡੋਡੋ, ਭਾਰਤ ਦਾ ਚੀਤਾ, ਯਾਤਰੂ ਕਬੂਤਰ ਇਹ ਸਾਰੇ ਹੀ ਲੁਪਤ ਹੋ ਚੁੱਕੇ ਨੇ।
अगला प्रश्न है डोडो के लुप्त होने का मुख्य कारण की सी। सो इस दे लुप्त होने का मुख्य कारण मानवी शिकार अते सूरा कुत्तियां द्वारा शिकार करना सी। अगला प्रश्न है गालापेगोस आईलैंड या फिर गालापेगोस टापू तो कछुआ के लुप्त होने का कारण की है। सो उत्थों जिहड़े कछुए सी वो लुप्त हो चुके ने, उन्हां दा जो मुख्य कारण है वो है मनुक्खां द्वारा शोषण अते बकरियां नाल भोजन लई मुकाबला। डोडो के बारे विच की सही है? लुप्त हो चुका है, गंभीर खतरे विच है या खतरे की संभावना है। सो साडा उत्तर है लुप्त हो चुका है। सो यह एक्सटिंक्ट स्पीसीज है, मतलब लुप्त हो चुका है। भारत के बायोग्राफिकल खेत्रों की गिनती कितनी है? सो भारत में बायोग्राफिकल खेत्रों की गिनती 10 है। अगला प्रश्न है स्थानिक प्रजातियां किहड़ियां हुंदियां ने, मतलब जो किसी विशेष स्थान पर पाईयां जांदियां ने। सो एक विशेष खेत्र विच पाईयां जाण वालियां प्रजातियां नूं स्थानक प्रजातियां कहा जाता है। अगला प्रश्न है जैविक विभिन्नता हॉटस्पॉट की धारणा हेठ लिखियां विचों किस द्वारा दी गई सी? सो यह धारणा नॉर्मल माइड्स ने दी सी। साडा उत्तर है नॉर्मल माइड्स। अगला प्रश्न है भारत की जंगली जीव संस्था कित्थे है? सो यह जंगली जीव संस्था देहरादून विखे है। अगला प्रश्न है एक सिंग वाला गैंडा विशेष करके हेठ लिखियां विचों किहड़ी रख विच पाया जाता है? सो मतलब जिथे इनू संभाल के रखा जाता है। सो ये है काजीरंगा नैशनल पार्क। अगला प्रश्न है हेठ लिखियां विचों किहड़ा समुद्री ईकोसिस्टम प्रजाति विभिन्नता के पक्ष तो सब तो वधेरे अमीर है, मतलब कि उसकी प्रजाति विच जो पॉपूलेशन है वो सब तो ज़्यादा है। सो उसका आंसर है कोरल रीफ। अगला प्रश्न है हेठ लिखियां विचों किहड़ा निवास स्थान के बाहर सुरक्षा का तरीका नहीं है? सो इसका उत्तर है जीव मंडल रिजर्व, मतलब है बायोस्फीयर, मतलब जिस धरती पर असीं रह रहे हाँ। अगला प्रश्न है हेठ लिखियां विचों किहड़ा जैविक विभिन्नता का हॉटस्पॉट है? सो यह पश्चिमी घाट है। सो साडा उत्तर है पश्चिमी घाट। अगला प्रश्न है भारत में पहले जीव मंडल रिजर्व की स्थापना 1986 में कित्थे हुई सी? सो यह नीलगिरी विच हुई सी। अगला प्रश्न है भारत में ठंडा मारुथल कित्थे स्थित है? सो यह लद्दाख अते स्पीति विच मौजूद है। सो साडा उत्तर है लद्दाख अते स्पीति, जो कि भारत के उत्तर विच है। लुप्त होने के किनारे प्रजातियों को किवें वर्गीकृत मतलब वंडिया जाता है? सो इसनूं असीं खतरे हेठ बोलते हाँ, मतलब कि इंडेंजर्ड स्पीसीज। अगला प्रश्न है पर्यावरणक हॉटस्पॉट का संबंध किस नाल होंदा है? सो इसका उत्तर है जैविक विभिन्नता सुरक्षा, मतलब कंजरवेशन ऑफ बायोडाइवर्सिटी। अगला प्रश्न है जंगली जीवन की धारणा का प्रयोग हेठा लिखिया विचों किस द्वारा सब तो पहला किया गया सी? सो इसका उत्तर है विलियम फैराडे। अगला प्रश्न है अंतरराष्ट्रीय महत्ता वालियां सेम वालियां धरतियां की सूची ईरान विच होए रामसर कन्वेंशन विच किहड़े साल विच हुई सी? सो यह रामसर विच 1971 विच हुई सी। अगला प्रश्न है यूनेस्को दा मैप मतलब मैन एंड बायोस्फीयर प्रोग्राम किहड़े साल विच शुरू किया गया सी? सो यह 1971 विच शुरू किया गया सी। अगला प्रश्न है नंदा देवी बायोस्फीयर रिजर्व कित्थे स्थित है? सो यह उत्तर पश्चिमी हिमालय विच स्थित है। अगला प्रश्न है हेठ लिखियां विचों जंगली जीवन विच किहड़े तत्त शामिल किए गए हैं? सो सारे जंगली जीव अते पौधे शामिल हैं। अगला प्रश्न है जिस्प मतलब GISP तो की भाव है? सो इसका मतलब है ग्लोबल इन्वेजिव स्पीसीज प्रोग्राम। अगला प्रश्न है हेठ लिखियां विचों किहड़ा जैविक विभिन्नता का एक माप नहीं है? सो आर्थिक विभिन्नता इसका उत्तर है, क्योंकि ईकोसिस्टम की विभिन्नता मतलब कि जो वक्रे वक्रे ईकोसिस्टम ने, मतलब जल मंडल है, थल मंडल है। अनुवांशिक विभिन्नता मतलब कि जो जीन्स दे विच चेंज आता है, हर एक स्पीसीज के वक्रे जीन ने। प्रजाति विभिन्नता मतलब हर एक स्पीसीज वक्री है। सो इस विच असीं आर्थिक विभिन्नता नहीं लवांगे, क्योंकि अर्थ का मतलब है पैसे तो। सो इस विच आर्थिक विभिन्नता नहीं होंदी। साडा अगला प्रश्न है संसार ਦੀਆਂ कुल प्रजातियों विचों लगभग 50% प्रजातियां कित्थे मौजूद ने? मतलब जो भी जीव जंतु ने संसार विच उसका 50% ट्रोपिकल वर्खा वाले जंगलों विच मौजूद है। सो साडा उत्तर है ट्रोपिकल वर्खा वाले जंगल। सो इस नाल साडे सारे प्रश्न उत्तर पूरे हो चुके हैं। साडा जो अगला चैप्टर असीं करना है वो है शोर अते जीव प्रदूषण। थैंक यू।